ਆਖਾਂ ਨਾਹੀਂ ਕਹਿਣਾ ਕਥਨ ਨਾ ਜਾਈ। ਗੁਰਾ ਇਕ ਦੇਹ ਬੁਝਾਈ। ਸਭਨਾ ਜੀਆਂ ਕਾ ਇਕ ਦਾਤਾ ਸੋ ਮੈਂ ਵਿਸਰ ਨਾ ਜਾਈ। ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਜੋ ਤੂੰ ਦੇਹੇ ਸੋ ਕਹਾਂ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ। ਧੰਨ ਵਾਹਿਗੁਰੂ ਸਾਹਿਬ ਜੀਓ ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ ਹਰਿ ਪਾਵੈ ਸੋ ਹੋਏ। ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨਾ ਕੋਏ। ਕਹੋ ਨਾਨਕ ਸੁਨ ਰੇ ਮਨਾ ਹਰਿ ਪਾਵੈ ਸੋ ਹੋਏ। ਗਰੀਬ ਨਵਾਜ਼ ਵਾਲੀਏ ਕੁਲ ਆਲਮ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ। ਧੰਨ ਧੰਨ ਸਤਿਗੁਰੂ ਖੰਡਾਂ ਬ੍ਰਹਮੰਡਾਂ ਲੋਕ ਪਰਲੋਕ ਦੇ ਰੱਖਿਅਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਕੱਦਸ ਮੁਬਾਰਕ ਪਾਕ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਸਤ ਸੰਗੀ ਜਨੋ ਵੱਡ ਭਾਗੇ ਖਾਂ ਸਤਿਗੁਰੂ ਜੀ ਦੀ ਗੋਦ ਵਿੱਚ ਬੈਠ ਕੇ ਸੰਧਿਆ ਵੇਲੇ ਦੇ ਦੀਵਾਨਾਂ ਦੇ ਅੰਦਰ ਆਪ ਜੀ ਨੇ ਰੱਬੀ ਬਾਣੀ ਦਾ ਕੀਰਤਨ ਗੁਰਮੁਖ ਪਿਆਰਿਆਂ ਪਾਸੋਂ ਸਰਵਣ ਕੀਤਾ। ਸਤਿਗੁਰ ਦਾਤਾ ਕਿਰਪਾ ਕਰੇ ਘੋਰ ਕਲਯੁਗ ਦੇ ਅੰਦਰ ਬਾਣੀ ਦਾ ਪੱਲਾ ਪਕੜ ਕੇ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਏ। ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰੀਏ। ਸਤਿਗੁਰੂ ਜੀ ਨੇ ਜਿੱਥੇ ਇਸ ਭਾਗਾ ਸਮਾਂ ਬਖਸ਼ਿਆ ਨਾਲ ਸਾਨੂੰ ਗੁਰਬਾਣੀ ਦੀ ਵਿਚਾਰ ਵੀ ਸਮਝਾਈ। ਸਭ ਤੇ ਉੱਤਮ ਹਰਿ ਕੀ ਕਥਾ ਆਖਿਆ। ਜਿਹਨੂੰ ਸੁਣਨਾ ਵਿਚਾਰਨਾ ਤੇ ਆਪਣੇ ਜੀਵਨ ਨੂੰ ਉਸ ਅਨੁਸਾਰ ਢਾਲਣਾ। ਜਿਵੇਂ ਜੋਹਰੀ ਸੋਨੇ ਨੂੰ ਢਾਲ ਕੇ ਉਹਦੇ ਅਨੇਕਾਂ ਰੂਪ ਤਿਆਰ ਕਰ ਦਿੰਦਾ ਹੈ ਨਾ, ਇਸੇ ਤਰ੍ਹਾਂ ਗੁਰੂ ਆਪਣੀ ਕਸਵੱਟੀ ਤੇ ਜਦੋਂ ਸਾਡੇ ਮਨ ਸਾਡੀ ਬੁੱਧ ਨੂੰ ਘੜਦਾ ਤਾਂ ਇਹਦਾ ਰੂਪ ਨਿਰੰਕਾਰ ਦਾ ਰੂਪ ਬਣ ਜਾਂਦਾ। ਗੁਰੂ ਕਿਵੇਂ ਘੜਦਾ?
ਗੁਰੂ ਨਾਨਕ ਮਹਾਰਾਜ ਰੋਜ਼ ਸਾਨੂੰ ਸਮਝਾਉਂਦੇ ਆ, ਘੜੀਐ ਸ਼ਬਦ ਸੱਚੀ ਟਕਸਾਲ। ਸ਼ਬਦ ਦੇ ਰਾਹੀਂ, ਸ਼ਬਦ ਹੀ ਇੱਕ ਐਸੀ ਕਸਵੱਟੀ ਹੈ ਜਿਹਦੇ ਤੇ ਅਸੀਂ ਪੂਰੇ ਉਤਰ ਸਕਦੇ ਹਾਂ। ਜੇ ਸ਼ਬਦ ਦੇ ਰਾਹੀਂ ਅਸੀਂ ਆਪਣੇ ਆਪ ਨੂੰ ਘੜਾਂਗੇ ਤਾਂ ਸੋ ਸ਼ਬਦ ਦੀ ਵਿਚਾਰ, ਬਾਣੀ ਦੀ ਵਿਚਾਰ ਸਾਡੇ ਜੀਵਨ ਦੇ ਅੰਦਰ ਬੜੀ ਜ਼ਰੂਰੀ ਹੈ। ਜਿਹਦੀ ਸਮਝ ਆ ਜਾਏ, ਸਤਿਗੁਰੂ ਜੀ ਕਹਿੰਦੇ ਆ ਚੱਜ ਆਚਾਰ ਬਦਲ ਜਾਂਦਾ। ਉਹ ਪਦਾਰਥ ਦੀ ਦੁਨੀਆ ਤੋਂ ਰੂਹਾਨੀਅਤ ਦੀ ਦੁਨੀਆ ਵਿੱਚ ਪਹੁੰਚ ਜਾਂਦਾ। ਉਹਦਾ ਆਪਣਾ ਆਨੰਦ ਹੈ, ਇੱਕ ਅਵਸਥਾ ਹੈ। ਪਦਾਰਥਵਾਦੀ ਦੁਨੀਆ ਦੀ ਇੱਕ ਆਪਣੀ ਅਵਸਥਾ ਹੈ, ਰੂਹਾਨੀਅਤ ਪਰਮਾਰਥ ਦੇ ਰਾਹ ਤੇ ਤੁਰਨ ਵਾਲਿਆਂ ਦੀ ਆਪਣੀ ਇੱਕ ਅਵਸਥਾ ਹੈ। ਸੋ ਆਓ ਸਤਿਗੁਰੂ ਦਾਤਾ ਕਿਰਪਾ ਕਰੇ, ਅਸੀਂ ਕੋਸ਼ਿਸ਼ ਕਰਦੇ ਹਾਂ, ਸਿਰਫ ਬਹੁਤੀ ਨਹੀਂ ਤਾਂ ਥੋੜ੍ਹੀ ਜਿਹੀ ਕਰਦੇ ਹਾਂ, ਕਿਉਂਕਿ ਆਪਾਂ ਸਮਝ ਲੈ ਰਹੇ ਹਾਂ ਤੇ ਸਮਝ ਕੇ ਹੀ ਆਪਾਂ ਪੈਰ ਪੁੱਟਦੇ ਹਾਂ। ਜਿਵੇਂ ਬੱਚਾ ਹੁੰਦਾ ਨਾ, ਮਾਂ ਨੇ ਇੱਧਰੋਂ ਪਕੜਿਆ ਹੁੰਦਾ ਹੱਥ, ਪਿਤਾ ਨੇ ਇੱਧਰੋਂ ਪਕੜਿਆ ਹੁੰਦਾ, ਬੜਾ ਸਮਝ ਕੇ ਉਹ ਪੈਰ ਪੁੱਟਦਾ ਹੌਲੀ ਹੌਲੀ। ਇੱਕ ਦਿਨ ਨਾ ਮਾਂ ਪਕੜਦੀ ਹੈ ਨਾ ਬਾਪ ਪਕੜਦਾ, ਆਪਣੇ ਆਪ ਚੱਲਣ ਲੱਗ ਜਾਂਦਾ। ਬਸ ਇਹੀ ਕਹਾਣੀ ਹੈ। ਗੁਰੂ ਸਾਡਾ ਹੱਥ ਫੜਦਾ, ਗੁਰੂ ਸਾਡੀ ਬਾਂਹ ਫੜਦਾ, ਸਾਨੂੰ ਜਾਚ ਸਿਖਾਉਂਦਾ ਚੱਲਣ ਦੀ, ਤੁਰਨ ਦੀ। ਫਿਰ ਸਾਡੀ ਚਾਲ ਦੇ ਵਿੱਚ ਤਬਦੀਲੀ ਆਉਂਦੀ ਹੈ। ਫਿਰ ਨਿਰੰਕਾਰ ਤੇ ਸਿਰਫ ਤੁਸੀਂ ਰਹਿ ਜਾਂਦੇ ਹੋ। ਫਿਰ ਅਸਲ ਦੇ ਵਿੱਚ ਉਹ ਕਹਾਣੀ ਬਣਦੀ ਹੈ। ਸੋ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਬਚਨ, 39 ਨੰਬਰ ਸ਼ਬਦ ਸਲੋਕ ਆਪ ਜੀ ਨੇ ਸਰਵਣ ਕੀਤਾ। ਆਓ ਇਸ ਦੀ ਵਿਚਾਰ ਆਰੰਭਣ ਤੋਂ ਪਹਿਲਾਂ ਸਾਹਿਬਾਂ ਦੇ ਚਰਨਾਂ 'ਚ ਸੀਸ ਨਵਾਓ, ਸਤਿਗੁਰੂ ਜੀ ਨੂੰ ਨਮਸਕਾਰ ਕਰੀਏ, ਸਤਿਗੁਰੂ ਜੀ ਤੋਂ ਅਸੀਸ ਲਈਏ, ਤਾਂ ਕਿ ਆਪਾਂ ਇਸ ਸ਼ਬਦ ਦੀ ਵਿਚਾਰ ਨੂੰ ਵਿਚਾਰ ਸਕੀਏ। ਸਾਰੇ ਕਲਗੀਆਂ ਵਾਲੇ ਪਾਤਸ਼ਾਹ ਦੀ ਫਤਿਹ ਦੀ ਸਾਂਝ ਪਾਓ। ਪਿਆਰ, ਸਤਿਕਾਰ ਅਤੇ ਅਦਬ ਦੇ ਨਾਲ ਇੱਕੇ ਵਾਰੀ ਹੱਥ ਜੋੜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਸ਼ਬਦ ਦੇ ਅੰਦਰ ਆਪਾਂ ਇਹ ਵਿਚਾਰਿਆ ਕਿ ਵੀ ਬੰਦਾ ਚਾਹੁੰਦਾ ਕੁਝ ਹੋਰ ਹੈ, ਬਣਦਾ ਕੁਝ ਹੋਰ ਹੈ। ਕਰਨਾ ਕੀ ਸੀ, ਕਰ ਕੁਝ ਹੋਰ ਹੀ ਗਿਆ। ਜਿਵੇਂ ਇੱਕ ਭਗਤ ਰਵਿਦਾਸ ਜੀ ਦਾ ਬਚਨ ਆਪਾਂ ਪੜ੍ਹਦੇ ਹਾਂ, ਜੈਸਾ ਮਾਨੀਐ ਹੋਏ ਨਾ ਤੈਸਾ। ਜਿਹੋ ਜਿਹਾ ਆਪਾਂ ਮੰਨਦੇ ਹਾਂ ਉਹੋ ਜਿਹਾ ਨਹੀਂ ਹੁੰਦਾ, ਸਗੋਂ ਉਸ ਦੇ ਉਲਟ ਹੋਈ ਜਾਂਦਾ। ਉਸੇ ਨੂੰ ਆਧਾਰ ਬਣਾ ਕੇ ਅਗਲੇ ਸ਼ਬਦ ਦੀ ਵਿਚਾਰ ਆਪਾਂ ਸਾਂਝੀ ਕਰਨੀ ਆ। ਨਰ ਚਾਹਤ ਕਛ ਔਰੈ ਕੀ ਔਰੈ ਭਈ, ਚਿਤਵਤ ਰਹਿਓ ਠਗੋਰ ਨਾਨਕ ਫਾਸੀ ਗੱਲ ਭਰੀ। ਚਿਤਵਨੀ ਦੇ ਅੰਦਰ ਜੋ ਚਿਤਵਿਆ ਸੀ, ਕਿਉਂਕਿ ਸੰਸਾਰ ਦੇ ਅੰਦਰ ਨਾ ਸਭ ਤੋਂ ਸ੍ਰੇਸ਼ਟ ਇੱਕ ਮਨੁੱਖ ਹੀ ਹੈ, ਜਿਹਨੂੰ ਸਤਿਗੁਰੂ ਜੀ ਦੀ ਬਾਣੀ ਜਾਗਿਆ ਹੋਇਆ ਕਹਿੰਦੀ ਹੈ। ਪਰ ਦੂਜੇ ਪੱਖ ਤੋਂ ਜੇਕਰ ਆਪਾਂ ਵੇਖੀਏ, ਕਿਉਂਕਿ ਬੰਦੇ ਦੇ ਕੋਲ ਚੇਤਨਤਾ ਹੈ, ਉਹ ਗੱਲ ਵੱਖਰੀ ਹੈ ਕਿ ਵੀ ਚੇਤਨਤਾ ਹੁੰਦੇ ਹੋਏ ਵੀ ਬੰਦਾ ਅਚੇਤ ਰਹਿੰਦਾ, ਸੁਚੇਤ ਨਹੀਂ ਹੋ ਪਾਉਂਦਾ। ਜੇ ਕਿਤੇ ਬੰਦਾ ਅਚੇਤ ਤੋਂ ਸੁਚੇਤ ਹੋ ਜਾਏ ਤੇ ਹਰੇਕ ਪੱਖ ਦਾ ਇਹਨੂੰ ਜ਼ਿੰਦਗੀ ਦੇ ਅੰਦਰ ਅਹਿਸਾਸ ਹੋ ਜਾਏਗਾ। ਫਿਰ ਬੇਨਤੀ ਧਿਆਨ ਨਾਲ ਸੁਣਿਓ, ਅਗਰ ਜਿਹੜੇ ਸ਼ਬਦ ਦੀ ਆਪਾਂ ਵਿਚਾਰ ਕਰਨੀ ਹੈ, ਯਤਨ ਬਹੁਤ ਸੁੱਖ ਕੇ ਕੀਏ। ਸਭ ਤੋਂ ਜਾਗਿਆ ਹੋਇਆ ਬੰਦਾ। ਹੁਣ ਬੰਦੇ ਵੱਲ ਜਦੋਂ ਵੇਖਦੇ ਹਾਂ, ਦੋ ਚੀਜ਼ਾਂ ਇਸ ਬੰਦੇ ਦੇ ਨਾਲ ਜੁੜੀਆਂ ਹੋਈਆਂ ਨੇ। ਉਹ ਦੋ ਚੀਜ਼ਾਂ ਕਿਵੇਂ ਨੇ?
ਤੇ ਉਹਨਾਂ ਦੋਹਾਂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਤੇ ਬੰਦਾ ਹਮੇਸ਼ਾ ਪਰਦਾ ਪਾ ਕੇ ਰੱਖਣਾ ਚਾਹੁੰਦਾ ਹੈ। ਉਹਦੀ ਮੰਗ ਵੀ ਕੋਈ ਨਹੀਂ, ਉਹਦੀ ਮਨ ਦੇ ਵਿੱਚ ਇੱਛਾ ਵੀ ਕੋਈ ਨਹੀਂ, ਤੇ ਦੂਜੀ ਜਿਹੜੀ ਚੀਜ਼ ਹੈ ਉਹਦੀ ਮੰਗ ਵੀ ਹੈ, ਉਹਦੀ ਇੱਛਾ ਵੀ ਹੈ। ਪਰ ਬੰਦੇ ਦੇ ਜੀਵਨ ਦੇ ਅੰਦਰ ਅੱਜ ਤੋਂ ਨਹੀਂ, ਪੁਰਾਤਨ ਸਮੇਂ ਤੋਂ ਜਦੋਂ ਸੰਸਾਰ ਦੇ ਉੱਤੇ ਇਹਨੇ ਜਨਮ ਧਾਰਿਆ ਨਾ, ਉਦੋਂ ਦਾ ਹੀ ਬੰਦਾ ਇਹਨਾਂ ਦੋਹਾਂ ਚੀਜ਼ਾਂ ਦੇ ਸੰਪਰਕ ਦੇ ਵਿੱਚ ਹੈ। ਜਿਵੇਂ ਦਿਨ ਹੈ, ਰਾਤ ਹੈ, ਰਾਤ ਆਈ ਦਿਨ ਵੀ ਆਇਆ। ਇਸੇ ਤਰ੍ਹਾਂ ਉਹ ਦੋ ਚੀਜ਼ਾਂ ਨੇ, ਜੇ ਜ਼ਿੰਦਗੀ ਦੇ ਅੰਦਰ ਸੁੱਖ ਹੈ ਤੇ ਜ਼ਿੰਦਗੀ ਦੇ ਅੰਦਰ ਦੁੱਖ ਵੀ ਆਏਗਾ। ਤੇ ਮੈਂ ਬੇਨਤੀ ਕੀਤੀ ਸੀ, ਦੁੱਖ ਦੇ ਬੰਦੇ ਦੀ ਕੋਈ ਚਾਹਨਾ ਨਹੀਂ ਹੈ। ਬੰਦਾ ਮਨ ਵਿੱਚ ਕਦੀ ਦੁੱਖ ਦਾ ਫੁਰਨਾ ਨਹੀਂ ਲੈ ਕੇ ਆਉਂਦਾ, ਕਦੀ ਮਨ ਦੇ ਵਿੱਚ ਦੁੱਖ ਦੀ ਇੱਛਾ ਨਹੀਂ ਹੈ। ਕੋਈ ਸਾਡੇ ਵਿੱਚੋਂ ਜਿਹੜਾ ਇਹ ਅਰਦਾਸ ਕਰਦਾ ਹੋਵੇ ਕਿ ਮੈਨੂੰ ਦੁੱਖ ਚਾਹੀਦਾ? ਕੋਈ ਇਹੋ ਜਿਹਾ ਹੈ ਜਿਹੜਾ ਕਹਿੰਦਾ ਕਿ ਵੀ ਮੇਰੇ ਪਰਿਵਾਰ ਦੇ ਵਿੱਚ, ਮੇਰੇ ਬੱਚਿਆਂ ਦੇ ਵਿੱਚ ਦੁੱਖ ਹੀ ਦੁੱਖ ਹੋਵੇ? ਕੋਈ ਨਹੀਂ ਚਾਹੁੰਦਾ ਸਾਡੇ ਵਿੱਚੋਂ। ਆਪਾਂ ਸਾਰੇ ਸੁੱਖ ਹੀ ਮੰਗਣ ਵਾਲੇ ਬੈਠੇ ਹਾਂ। ਪਰ ਸਤਿਗੁਰੂ ਜੀ ਬਾਣੀ ਦੇ ਵਿੱਚ ਕੁਝ ਹੋਰ ਫੈਸਲਾ ਦਿੰਦੇ ਆ। ਇੱਕ ਬਚਨ ਬੜਾ ਕਮਾਲ ਦਾ 57 ਨੰਬਰ ਅੰਗ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ, ਸੁਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਇਹ ਬੰਦੇ ਦੀ ਸੰਸਾਰ ਦੀ ਹਾਲਤ ਦੱਸੀ ਹੈ। ਸਤਿਗੁਰੂ ਜੀ ਕਹਿੰਦੇ ਆ, ਸੁਖ ਕੋ ਮੰਗੈ ਸਭ ਕੋ। ਪੂਰਾ ਸੰਸਾਰ ਜਿੰਨਾ ਵੀ ਵੇਖਦਾ ਹੈ ਨਾ, ਸਾਰਾ ਸੁੱਖ ਹੀ ਮੰਗਣ ਦੇ ਉੱਤੇ ਖਲੋਤਾ ਹੋਇਆ। ਪਰ ਇਹਨੂੰ ਇਹ ਨਹੀਂ ਨਾ ਪਤਾ, ਜੋ ਚੀਜ਼ ਮੈਂ ਮੰਗ ਰਿਹਾ ਉਹਦੇ ਅੱਗੇ ਕੀ ਹੋਏਗਾ। ਸੁੱਖ ਵੀ ਇੱਕ ਤਰ੍ਹਾਂ ਦਾ ਨਹੀਂ ਹੈ। ਇੱਥੇ ਵੀ ਥੋੜ੍ਹਾ ਜਿਹਾ ਖਿਆਲ ਕਰਿਓ, ਧਿਆਨ ਦਿਓ। ਸੁੱਖ ਵੀ ਇੱਕ, ਸੁੱਖ ਵੀ ਦੋ ਤਰ੍ਹਾਂ ਦਾ ਹੈ। ਇੱਕ ਸਾਡਾ ਅੰਦਰ ਦਾ ਸੁੱਖ ਹੈ, ਇੱਕ ਸਾਡਾ ਬਾਹਰ ਦਾ ਸੁੱਖ ਹੈ। ਹੁਣ ਜਿਤਨਾ ਵੀ ਯਤਨ ਆਪਾਂ ਕਰ ਰਹੇ ਹਾਂ ਨਾ, ਜਿਤਨਾ ਵੀ ਖਲਾਰਾ ਆਪਾਂ ਪਾ ਕੇ ਬੈਠੇ ਹਾਂ, ਇਹ ਸਾਰੇ ਬਾਹਰ ਦੇ ਸੁੱਖ ਦੇ ਲਈ ਕਰ ਰਹੇ ਹਾਂ। ਜਿੰਨਾ ਡੰਬਰ ਬੰਦਾ ਅੱਜ ਕਰ ਰਿਹਾ ਨਾ, ਜੋ ਕੁਝ ਮੰਗ ਰਿਹਾ, ਜੋ ਇੱਛਾਵਾਂ ਜਨਮ ਲੈ ਰਹੀਆਂ ਨੇ, ਉਹ ਬਾਹਰ ਦੇ ਸੁੱਖ ਦੇ ਲਈ ਲੈ ਰਹੀਆਂ ਨੇ। ਅੰਦਰ ਦੇ ਸੁੱਖ ਦੇ ਲਈ ਕੋਈ ਵਿਰਲਾ ਹੁੰਦਾ ਜਿਹੜਾ ਉਹ ਇੱਛਾ ਧਾਰਦਾ। ਕੋਈ ਵਿਰਲਾ ਹੁੰਦਾ ਜਿਹੜਾ ਅੰਦਰ ਦੇ ਸੁੱਖ ਦੀ ਗੱਲ ਕਰਦਾ ਹੈ, ਜਿਹੜਾ ਅੰਦਰ ਦੇ ਆਨੰਦ ਦੀ ਖੇੜੇ ਦੀ ਗੱਲ ਕਰਦਾ ਕਿ ਮੇਰੇ ਕੋਲ ਅੰਦਰ ਦਾ ਸੁੱਖ ਹੋਵੇ, ਬਾਹਰ ਦਾ ਸੁੱਖ ਭਾਵੇਂ ਮੇਰੇ ਕੋਲ ਨਾ ਹੋਵੇ, ਘੱਟ ਵੀ ਹੋਵੇ ਕੋਈ ਗੱਲ ਨਹੀਂ, ਚੱਲ ਜਾਏਗਾ, ਪਰ ਮੈਂ ਅੰਦਰੋਂ ਆਨੰਦ ਭਰਪੂਰ ਰਵਾਂ। ਫਿਰ ਬੇਨਤੀ ਧਿਆਨ ਨਾਲ ਸੁਣਿਓ। ਕੋਈ ਹੈ ਜਿਹੜਾ ਇਹ ਚਾਹੁੰਦਾ ਹੋਵੇ ਕਿ ਮੈਨੂੰ ਫਲ ਜਿਹੜਾ ਉਹ ਕੌੜਾ ਚਾਹੀਦਾ? ਸਾਰੇ ਇਹੀ ਚਾਹੁੰਦੇ ਆ ਨਾ ਕਿ ਵੀ ਫਲ ਜਿੱਥੋਂ ਆਪਾਂ ਵੇਖ ਕੇ ਚੈੱਕ ਕਰਕੇ ਆਪਾਂ ਵੇਖਦੇ ਹਾਂ ਕਿ ਫਲ ਮਿੱਠਾ ਹੋਣਾ ਚਾਹੀਦਾ। ਪਰ ਇਸ ਤਰ੍ਹਾਂ ਵੀ ਕਦੀ ਹੋਇਆ? ਵੇਖਣ ਵਿੱਚ ਕੁਝ ਹੋਰ ਹੁੰਦਾ ਹੈ, ਅੰਦਰੋਂ ਕੁਝ ਹੋਰ, ਅੰਦਰੋਂ ਕਈ ਵਾਰ ਕੌੜਾ ਨਿਕਲ ਆਉਂਦਾ। ਇਸ ਤਰ੍ਹਾਂ ਵੀ ਕਈ ਵਾਰ ਹੋ ਜਾਂਦਾ। ਪਰ ਸੁਰਹੁ ਵਿਚਾਰ ਬੇਨਤੀ ਕਰਾਂ, ਦੋ ਤਰ੍ਹਾਂ ਦਾ ਸੁੱਖ, ਇੱਕ ਬਾਹਰ ਤਰ੍ਹਾਂ ਦਾ ਸੁੱਖ ਹੈ, ਇੱਕ ਅੰਦਰ ਦਾ ਸੁੱਖ ਹੈ। ਪਰ ਸੰਸਾਰ ਦਾ ਜਿਹੜਾ ਯਤਨ ਹੈ ਉਹ ਬਾਹਰ ਦੇ ਸੁੱਖਾਂ ਦੇ ਲਈ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਸੁੱਖ ਕੋ ਮੰਗੈ ਸਭ ਕੋ। ਜਿੰਨੇ ਵੀ ਤੂੰ ਸੁੱਖ ਮੰਗੇ ਆ ਨਾ, ਦੁਨਿਆਵੀ ਤੌਰ ਤੇ ਬਾਹਰ ਦੇ ਸੁੱਖ ਮੰਗੇ ਆ, ਅੰਦਰ ਦਾ ਤੇ ਇੱਕ ਵੀ ਸੁੱਖ ਨਹੀਂ ਮੰਗਿਆ ਤੂੰ। ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ। ਕੋਈ ਵੀ ਨਹੀਂ ਮੰਗਦਾ। ਪਰ ਅਗਲੀ ਪੰਕਤੀ ਵਿੱਚ ਸਤਿਗੁਰੂ ਜੀ ਬੜੀ ਕਮਾਲ ਦੀ ਗੱਲ ਕਹਿ ਜਾਂਦੇ ਆ। ਕਈ ਵਾਰ ਪਹਿਲੀ ਤੁਕ ਸਾਡੇ ਲਈ ਸਾਂਝੀ ਕੀਤੀ ਹੁੰਦੀ ਹੈ, ਜੋ ਸਾਡੇ ਹਾਲਾਤ ਹੁੰਦੇ ਨੇ ਸੰਸਾਰ ਤੇ ਆਪਾਂ ਜੋ ਕੁਝ ਕਰ ਰਹੇ ਹਾਂ, ਉਹਨਾਂ ਨੂੰ ਵੇਖ ਕੇ ਸਤਿਗੁਰੂ ਜੀ ਨੇ ਬਾਣੀ ਨੂੰ ਇਸ ਤਰ੍ਹਾਂ ਸਾਡੇ ਅੱਗੇ ਰੱਖਿਆ। ਹੁਣ ਅਗਲੀ ਗੱਲ ਜਿਹੜੀ ਹੈ ਉਹ ਬੜੀ ਕਮਾਲ ਦੀ ਕਰ ਜਾਂਦੇ ਆ। ਸਤਿਗੁਰੂ ਜੀ ਕਹਿੰਦੇ ਆ, ਸੁਖੈ ਕੋ ਦੁੱਖ ਅਗਲਾ ਮਨਮੁਖ ਬੂਝ ਨਾ ਪਾਏ। ਹੁਣ ਜਿਹੜਾ ਬੰਦਾ ਆਪਣੇ ਮਨ ਦੇ ਪਿੱਛੇ ਲੱਗਾ ਸੀ, ਆਪਣੇ ਮਨ ਦੇ ਪਿੱਛੇ ਦੌੜਿਆ ਫਿਰਦਾ ਸੀ, ਸਤਿਗੁਰੂ ਜੀ ਕਹਿੰਦੇ ਉਹ ਮਨਾ ਮੂਰਖਾ, ਤੈਨੂੰ ਕੀ ਪਤਾ ਹੈ? ਤੂੰ ਤੇ ਆਪਣੇ ਮਨ ਦੀ ਕਰਨਾ, ਤੂੰ ਤੇ ਆਪਣੇ ਮਨ ਦੇ ਪਿੱਛੇ ਤੁਰਨਾ।
ਪਰ ਮੈਂ ਤੈਨੂੰ ਸਮਝਾਵਾਂ, ਥੋੜ੍ਹਾ ਜਿਹਾ ਆਪਣੇ ਮਨ ਨੂੰ ਸਮਝ ਕੇ ਤੁਰ, ਆਪਣੇ ਆਪ ਨੂੰ ਸੰਭਾਲ ਕੇ ਤੁਰ। ਵੇਖ, ਤੇਰੇ ਮੰਗੇ ਹੋਏ ਸੁੱਖਾਂ ਦੇ ਵਿੱਚ ਹੀ ਦੁੱਖ ਖਲੋਤਾ ਹੋਇਆ। ਯਤਨ ਬਹੁਤ ਸੁੱਖ ਕੇ ਕੀਏ, ਦੁੱਖ ਕੋ ਕਿਉ ਨਾ ਕੋਏ। ਫਿਰ ਬੇਨਤੀ ਇੱਕ ਮੈਂ ਕਰਦਿਆਂ, ਸਾਡਾ ਸੁੱਖ ਜਿਹੜਾ ਹੈ ਨਾ, ਉਹ ਪਤਾ ਕਿਹੋ ਜਿਹਾ। ਜਿਵੇਂ ਇੱਕ ਉਦਾਹਰਨ ਹੈ ਸੌਖੀ ਜੀ। ਕਹਿੰਦੇ ਇੱਕ ਥੱਕਿਆ ਹਾਰਿਆ ਟੁੱਟਿਆ ਹੋਇਆ ਬੰਦਾ ਰਸਤੇ 'ਚ ਤੁਰਿਆ ਜਾ ਰਿਹਾ, ਕਿਸੇ ਦਰਖਤ ਥੱਲੇ ਜਾ ਕੇ ਬੈਠਦਾ, ਦਰਖਤ ਦੀ ਛਾਂ ਨੂੰ ਮਾਣਦਾ, ਥੋੜ੍ਹਾ ਜਿਹਾ ਸੁੱਖ ਮਹਿਸੂਸ ਕਰਦਾ। ਸਾਡਾ ਸੁੱਖ ਵੇਖੋ, ਤੇ ਆਪਾਂ ਜਦੋਂ ਉਹਨੂੰ ਥੋੜ੍ਹਾ ਜਿਹਾ ਗਹਿਰਾਈ ਵਿੱਚ ਜਾ ਕੇ ਵੇਖਾਂਗੇ, ਉਹਦੇ ਵਿੱਚ ਗੱਲ ਹੋਰ ਕਮਾਲ ਦੀ ਨਜ਼ਰ ਆਏਗੀ। ਇੱਕ ਬੰਦਾ ਰਸਤੇ ਵਿੱਚ ਥੱਕਿਆ ਟੁੱਟਿਆ ਹਾਰਿਆ ਇੱਕ ਦਰਖਤ ਥੱਲੇ ਜਾ ਕੇ ਬੈਠਦਾ ਹੈ, ਦਰਖਤ ਦੀ ਛਾਂ ਨੂੰ ਮਾਣ ਲੈਂਦਾ, ਇੱਧਰ ਉੱਧਰ ਝਾਕਦਾ, ਨਾਲ ਹੀ ਕੁਝ ਦੂਰੀ 'ਤੇ ਪਾਣੀ ਹੁੰਦਾ, ਉੱਥੋਂ ਪਾਣੀ ਵੀ ਪੀ ਲੈਂਦਾ, ਆਪਣੀ ਪਿਆਸ ਬੁਝਾ ਲੈਂਦਾ। ਫਿਰ ਥੋੜ੍ਹਾ ਜਿਹਾ ਤਾਂ ਨੂੰ ਝਾਕਦਾ, ਉਸੇ ਦਰਖਤ ਦੇ ਉੱਤੇ ਫਲ ਲੱਗਾ ਹੁੰਦਾ, ਫਲ ਨੂੰ ਤੋੜਦਾ ਖਾ ਲੈਂਦਾ। ਪਰ ਇਹ ਸਾਰੇ ਰਸਤੇ ਦੇ ਸੁੱਖ ਨੇ, ਮੰਜ਼ਿਲ ਦਾ ਸੁੱਖ ਤਾਂ ਕੁਝ ਹੋਰ ਹੈ। ਫਿਰ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਹ ਸਾਰੇ ਰਸਤੇ ਦੇ ਸੁੱਖ ਨੇ, ਭਾਵ ਇਹ ਸੁੱਖਾਂ ਦੇ ਲਈ ਆਪਾਂ ਮੰਜ਼ਿਲ ਭੁੱਲਦੇ ਹਾਂ। ਅਸਲ ਸੁੱਖ ਤਾਂ ਮੰਜ਼ਿਲ 'ਤੇ ਖਲੋਤਾ ਹੈ ਨਾ। ਰਾਹਾਂ ਵਿੱਚ ਜਿੰਨੇ ਵੀ ਸੁੱਖ ਨੇ, ਇਹ ਸਾਰੇ ਭਟਕਾਉਣ ਵਾਲੇ ਨੇ। ਕਦੀ ਆਪਣੇ ਅੰਦਰ ਅਸੀਂ ਝਾਤ ਮਾਰੀਏ ਕਿ ਵੀ ਆ ਜਿੰਨੇ ਵੀ ਆਪਾਂ ਸੁੱਖ ਮੰਗੇ ਆ, ਇਹ ਸਾਰੇ ਸਿਰਫ ਰਸਤੇ ਦੇ ਸੁੱਖ ਸਨ, ਜਿੱਥੋਂ ਆਪਾਂ ਤੁਰੇ ਸਾਂ। ਇਹ ਰਾਹਾਂ ਦੇ ਵਿੱਚ ਮਿਲੇ ਹੋਏ ਸੁੱਖ ਆ ਸਾਨੂੰ, ਪਰ ਮੰਜ਼ਿਲ 'ਤੇ ਪਹੁੰਚ ਕੇ ਜਿਹੜਾ ਸੁੱਖ ਮਿਲਣਾ, ਉਹ ਤਾਂ ਵਿਰਲਿਆਂ ਨੂੰ ਮਿਲਿਆ। ਉੱਥੋਂ ਤੱਕ ਪਹਿਲੀ ਗੱਲ ਕੋਈ ਪਹੁੰਚਿਆ ਹੀ ਨਹੀਂ ਹੈ। ਆਪਾਂ ਤੇ ਰਾਹਾਂ ਵਿੱਚ ਹੀ ਭਟਕ ਚੁੱਕੇ ਹਾਂ। ਰਾਹਾਂ ਵਿੱਚ ਹੀ ਸਾਨੂੰ ਵਿਕਾਰਾਂ ਦੇ ਰਸਾਂ ਨੇ ਠੱਗ ਲਿਆ, ਰਾਹਾਂ ਦੇ ਵਿੱਚ ਹੀ ਸਾਨੂੰ ਮਾਇਆ ਦੀ ਦੁਨੀਆ ਨੇ ਠੱਗ ਲਿਆ। ਆਪਾਂ ਤੇ ਇਹਨਾਂ ਸੁੱਖਾਂ ਦੇ ਅੰਦਰ ਹੀ ਆਪਣੀ ਜ਼ਿੰਦਗੀ ਬਰਬਾਦ ਕਰ ਦਿੰਦੇ ਹਾਂ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਕਹਿ ਰਹੇ ਆ ਕਿ ਵੀ ਰਾਹਾਂ ਦੇ ਸੁੱਖਾਂ ਦੇ ਲਈ ਰੱਬ ਨੂੰ ਭੁਲਾ ਕੇ ਬੰਦੇ ਨੇ ਆਪਣੇ ਜੀਵਨ ਨੂੰ ਖੁਆਰ ਕਰ ਲਿਆ। ਹਰ ਬਿਸਰਤ ਸਦਾ ਖੁਆਰੀ, ਇਹਦੇ ਜੀਵਨ ਵਿੱਚ ਖੁਆਰੀ ਪੈਦਾ ਹੋ ਗਈ, ਕਿਉਂਕਿ ਇਹ ਪਹੁੰਚੇ ਹੀ ਨਹੀਂ ਜਿੱਥੇ ਪਹੁੰਚਣਾ ਸੀ, ਰਾਹ ਵਿੱਚ ਹੀ ਅੜ ਗਿਆ। ਤਾਕੋ ਧੋਖਾ ਕਾਂ ਵਿਆਪੈ ਜਾਕੋ ਓੜ ਤੁਹਾਰੀ। ਜਿੰਨੇ ਇਹ ਗੱਲ ਸੋਚ ਲਈ ਕਿ ਵੀ ਆਹ ਸੁੱਖ ਨਹੀਂ ਹੈ, ਇੱਥੇ ਸੁੱਖਾਂ ਦੇ ਵਿੱਚ ਦੁੱਖ ਖਲੋਤਾ ਹੋਇਆ, ਮੰਜ਼ਿਲ 'ਤੇ ਜਾ ਕੇ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਉੱਥੇ ਸੁੱਖ ਖਲੋਤਾ ਹੈ। ਇਸੇ ਕਰਕੇ ਸਤਿਗੁਰੂ ਜੀ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਸੁੱਖ ਕੋ ਮੰਗੈ ਸਭ ਕੋ ਦੁੱਖ ਨਾ ਮੰਗੈ ਕੋਏ, ਸੁੱਖ ਹੈ ਕੋ ਦੁੱਖ ਅਗਲਾ। ਸੁੱਖ ਦੇ ਵਿੱਚ ਦੁੱਖ ਖਲੋਤਾ ਹੋਇਆ। ਜੇ ਆਪਾਂ ਇਹਨਾਂ ਸੁੱਖਾਂ ਦੇ ਵਿੱਚੋਂ ਹੀ ਸੁੱਖ ਮਾਣਦੇ ਰਹੇ, ਫਿਰ ਚੇਤੇ ਰੱਖਣਾ ਆਪਾਂ ਭਟਕ ਜਾਵਾਂਗੇ। ਤੇ ਅੱਜ ਬਹੁਤਾ ਸੰਸਾਰ ਇਸੇ ਚੀਜ਼ ਦੇ ਵਿੱਚ ਭਟਕਿਆ ਹੋਇਆ। ਸੋ ਥੋੜ੍ਹਾ ਜਿਹਾ ਹੋਰ ਆਪਾਂ ਬਾਣੀ ਵਿੱਚੋਂ ਵੇਖੀਏ, ਇਹਨਾਂ ਸੁੱਖਾਂ ਨੂੰ ਹੀ ਵੇਖ ਕੇ ਨਾ ਦੁਨਿਆਵੀ ਤੌਰ 'ਤੇ, ਜਦੋਂ ਭਗਤ ਫਰੀਦ ਜੀ ਦੀ ਬਾਣੀ ਆਪ ਸ਼ਲੋਕ ਉਹਨਾਂ ਦੇ ਪੜ੍ਹਦੇ ਹੋ, ਭਗਤ ਫਰੀਦ ਜੀ ਦੀ ਸੁਰਤ ਨੇ ਥੋੜ੍ਹਾ ਜਿਹਾ ਆਪਣੇ ਆਪ ਨੂੰ ਘੁਮਾਇਆ ਸੰਸਾਰ 'ਤੇ, ਕਿਉਂਕਿ ਇੱਕ ਭਗਤ ਦੀ ਸੁਰਤ ਹੈ, ਸਾਡੀ ਸੁਰਤ ਨਹੀਂ ਹੈ। ਸਾਡੀ ਸੁਰਤ ਸਿਰਫ ਥੋੜ੍ਹਾ ਜਿਹਾ ਕੈਚ, ਜਿੰਨਾ ਕੁ ਆਪਾਂ ਕਰ ਪਾਉਂਦੇ ਹਾਂ ਉਹਨਾਂ ਕੁ ਆਪਾਂ ਵੇਖਦੇ ਹਾਂ, ਜਿੰਨੀ ਕੁ ਸਾਨੂੰ ਸਮਝ ਹੈ ਉਨੀ ਕੁ ਆਪਾਂ ਸਮਝਦੇ ਹਾਂ ਅਤੇ ਤੁਰ ਪੈਂਦੇ ਹਾਂ। ਬਹੁਤੇ ਸਮਝਦਾਰ ਨਹੀਂ ਆਪਾਂ। ਸਾਡੀ ਸਮਝ ਤੋਂ ਉੱਤੇ ਜੇ ਸਮਝ ਹੈ ਤੇ ਉਹ ਭਗਤ ਦੀ ਸਮਝ ਹੈ, ਭਗਤੀ ਕਰਨ ਵਾਲੇ ਦੀ, ਬੰਦਗੀ ਕਰਨ ਵਾਲੇ ਦੀ ਸਮਝ ਹੈ। ਤੇ ਉਹਨਾਂ ਬੰਦਗੀ ਕਰਨ ਵਾਲਿਆਂ ਨੂੰ ਜੇਕਰ ਆਪਾਂ ਪੁੱਛ ਕੇ ਤੁਰਦੇ ਹਾਂ, ਫਿਰ ਹੋਰ ਥੋੜ੍ਹੇ ਜਿਹੇ ਸੁਖਾਲੇ ਹੋ ਜਾਂਦੇ ਹਾਂ। ਉਹਦੇ ਵਿੱਚ ਫਿਰ ਸਾਡਾ ਨਾਮ ਦਾਨਿਆਂ ਵਿੱਚ ਆਉਂਦਾ ਹੈ, ਸਮਝਦਾਰਾਂ ਵਿੱਚ ਆਉਂਦਾ ਹੈ। ਭਗਤ ਫਰੀਦ ਜੀ ਦਾ ਬਚਨ ਸਾਂਝਾ ਕਰਨ ਤੋਂ ਪਹਿਲਾਂ ਇੱਕ ਗੁਰੂ ਨਾਨਕ ਮਹਾਰਾਜ ਜੀ ਦਾ ਬਚਨ ਸਾਂਝਾ ਕਰਾਂ। ਗੁਰੂ ਨਾਨਕ ਮਹਾਰਾਜ ਜੀ ਦੀ ਅੱਖ ਵੀ ਇਸੇ ਖਿਆਲ ਦੇ ਵਿੱਚੋਂ ਇੱਕ ਬਚਨ ਪ੍ਰਗਟ ਕਰਦੀ ਹੈ। ਤੇ ਸਤਿਗੁਰੂ ਜੀ ਉੱਥੇ ਕਹਿੰਦੇ ਆ, ਮੈਂ ਵੇਖਿਆ ਇਹਨਾਂ ਲੋਕਾਂ ਨੂੰ ਜਿਹੜੇ ਸੁੱਖ ਇਹ ਇਕੱਠੇ ਕਰੀ ਫਿਰਦੇ ਆ, ਉਹਨਾਂ ਦੁੱਖਾਂ ਉਹਨਾਂ ਸੁੱਖਾਂ ਦੇ ਵਿੱਚੋਂ ਜਦੋਂ ਦੁੱਖ ਨਿਕਲਿਆ, ਉੱਥੇ ਹੀ ਫਸ ਕੇ ਰਹਿ ਗਏ, ਅੱਗੇ ਪੈਰ ਹੀ ਨਹੀਂ ਪੁੱਟ ਸਕੇ। ਪੈਰ ਪੁੱਟਣਾ ਔਖਾ ਹੋ ਗਿਆ ਇਹਨਾਂ ਦਾ। ਬਾਲੀ ਰੋਵੈ
ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ। ਜਿਹੜੀਆਂ ਚੀਜ਼ਾਂ ਤੁਸੀਂ ਮੰਗ ਕੇ ਲਈਆਂ ਨਾ, ਮੈਨੂੰ ਆ ਵੀ ਦੇ ਦੇ, ਮੈਨੂੰ ਉਹ ਵੀ ਦੇ ਦੇ, ਕਦੀ ਆਪਾਂ ਖਿਆਲ ਨਹੀਂ ਕੀਤਾ, ਕਦੀ ਆਪਾਂ ਝਾਤ ਨਹੀਂ ਮਾਰੀ ਕਿ ਵੀ ਜੋ ਚੀਜ਼ ਮੈਂ ਮੰਗ ਰਿਹਾ ਕਿ ਸੱਚ ਵਿੱਚ ਉਹ ਕਦੀ ਮੈਨੂੰ ਸੁੱਖ ਦੇਗੀ। ਹੋ ਸਕਦਾ ਹੈ ਕਿ ਵੀ ਕੱਲ੍ਹ ਨੂੰ ਜਦੋਂ ਮੇਰੇ ਹੱਥ ਵਿੱਚੋਂ ਨਿਕਲੇਗੀ, ਜਦੋਂ ਮੇਰੇ ਘਰ ਚੋਂ ਬਾਹਰ ਜਾਏਗੀ। ਮਾਫ਼ ਕਰਨਾ, ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝੀ ਕਰਨ ਲੱਗਾ। ਕਈ ਵਾਰ ਜਿਸ ਮਾਂ ਨੇ ਪੁੱਤ ਬੜੇ ਪਿਆਰ ਦੇ ਨਾਲ ਮੰਗ ਕੇ ਲਿਆ, ਹਜੇ ਉਹ ਮਾਂ ਬੈਠੀ ਹੈ, ਪੁੱਤ ਸੰਸਾਰ ਫਾਨੀ ਦੁਨੀਆ ਨੂੰ ਛੱਡ ਗਿਆ, ਮੰਗ ਕੇ ਲਈ ਚੀਜ਼ ਦਾ ਦੁੱਖ ਹੋ ਗਿਆ, ਪੈਦਾ ਹੋ ਗਿਆ ਦੁੱਖ। ਲਿਆ ਸੀ ਸੁੱਖਾਂ ਦੇ ਲਈ, ਮੰਗਿਆ ਸੀ ਕੱਲ੍ਹ ਨੂੰ ਮੈਨੂੰ ਸੁੱਖ ਦੇਗਾ। ਬਾਪ ਨੇ ਵੀ ਇਹੀ ਚਾਹਨਾ ਕੀਤੀ ਸੀ, ਮਾਂ ਨੇ ਵੀ ਇਹ ਚਾਹਨਾ ਕੀਤੀ ਸੀ, ਪਰ ਬਾਪ ਵੀ ਬੈਠਾ ਹੈ, ਮਾਂ ਵੀ ਬੈਠੀ ਹੈ, ਪੁੱਤ ਫਾਨੀ ਦੁਨੀਆ ਨੂੰ ਛੱਡ ਕੇ ਚਲਾ ਗਿਆ, ਦੁੱਖ ਹੋ ਗਿਆ ਨਾ। ਹੁਣ ਫਿਰ ਬੇਨਤੀ ਧਿਆਨ ਨਾਲ ਸੁਣਿਓ, ਆਪਾਂ ਬੜੇ ਪਿਆਰ ਦੇ ਨਾਲ ਮੰਗ ਕੇ ਘਰ ਲਿਆ। ਕਈ ਵਾਰ ਐਸਾ ਵੀ ਬੰਦੇ ਦੇ ਉੱਤੇ ਆਉਂਦਾ ਹੈ ਕਿ ਵੀ ਕਈ ਵਾਰ ਇੰਨਾ ਕੁ ਕਰਜ਼ੇ ਥੱਲੇ ਆ ਜਾਂਦਾ, ਇੰਨਾ ਕੁ ਕਰਜ਼ੇ ਥੱਲੇ ਦੱਬਿਆ ਜਾਂਦਾ ਹੈ, ਕਈ ਵਾਰ ਉਹ ਘਰ ਵੀ ਛੱਡਣਾ ਪੈ ਜਾਂਦਾ, ਉਹਦਾ ਵੀ ਦੁੱਖ ਹੈ ਬੰਦੇ ਨੂੰ। ਆਈ ਤਾਂ ਚੀਜ਼ਾਂ ਨੇ, ਕਈ ਵਾਰ ਬੰਦੇ ਨੂੰ ਪਰਿਵਾਰ ਛੱਡਣਾ ਪੈ ਜਾਂਦਾ ਹੈ, ਕਈ ਵਾਰ ਬੰਦੇ ਨੂੰ ਘਰ ਛੱਡਣਾ ਪੈ ਜਾਂਦਾ ਹੈ। ਇਹੀ ਚੀਜ਼ਾਂ ਨੇ ਜਿਹੜੀਆਂ ਬੰਦਾ ਸੋਚਦਾ ਪੁੱਤ ਸੁੱਖ ਦੇਗਾ, ਧੀ ਸੁੱਖ ਦੇਗੀ, ਘਰ ਵਿੱਚ ਰਵਾਂਗਾ, ਮੇਰੇ ਸਿਰ ਤੇ ਛੱਤ ਹੋਏਗੀ, ਮੈਂ ਸੁਖੀ ਹੋਵਾਂਗਾ, ਪਰ ਕਈ ਵਾਰ ਸਭ ਕੁਝ ਛੱਡਣਾ ਪੈ ਜਾਂਦਾ ਹੈ, ਬੰਦਾ ਦੁਖੀ ਹੁੰਦਾ ਹੈ। ਇਹੀ ਤਾਂ ਸਤਿਗੁਰੂ ਜੀ ਕਹਿ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕਿ ਵੀ ਧੀਆਂ ਪੁੱਤਰ ਨਹੀਂ ਹੋਣੇ ਚਾਹੀਦੇ ਜਾਂ ਘਰ-ਬਾਰ ਨਹੀਂ ਹੋਣਾ ਚਾਹੀਦਾ। ਸਿਰਫ ਇੱਕ ਭਾਵ ਨੂੰ ਸਮਝਿਓ ਕਿ ਵੀ ਜਿਹੜੀਆਂ ਚੀਜ਼ਾਂ ਆਪਣੇ ਸੁੱਖਾਂ ਦੇ ਲਈ ਮੰਗੀਆਂ ਨੇ, ਕਈ ਵਾਰ ਉਹਨਾਂ ਨੂੰ ਛੱਡਣਾ ਵੀ ਪੈਂਦਾ ਹੈ। ਛੱਡੇ ਦਾ ਦੁੱਖ ਜਿਹੜਾ ਹੁੰਦਾ ਹੈ ਉਹ ਸਹਿਣਾ ਬੜਾ ਔਖਾ ਹੈ। ਥੋੜ੍ਹਾ ਜਿਹਾ ਹੋਰ ਇਤਿਹਾਸ ਵਾਲੇ ਪਾਸੇ ਆਈਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਘਰ ਤਾਂ ਉਹਨਾਂ ਦੇ ਕੋਲ ਵੀ ਹੈ, ਪੁੱਤਰ 4 ਉਹਨਾਂ ਦੇ ਕੋਲ ਨੇ। ਹੁਣ ਮਾਂ ਨੂੰ, ਪਿਤਾ ਨੂੰ ਪੁੱਤਰ ਛੱਡਣ ਦਾ ਦੁੱਖ ਹੈ, ਘਰ ਛੱਡਣ ਦਾ ਦੁੱਖ ਹੈ। ਕਲਗੀਆਂ ਵਾਲੇ ਪਾਤਸ਼ਾਹ ਨੇ ਐਡੀ ਆਨੰਦਪੁਰ ਦੀ ਪੁਰੀ ਵਸਾਈ ਹੋਈ ਹੈ, ਜਿੱਥੇ ਰੋਜ਼ ਉੱਠਣਾ ਹੈ, ਬੈਠਣਾ ਹੈ, ਜਿੱਥੇ ਰੋਜ਼ ਹਰੇਕ ਕੋਤਕ ਵਰਤੇ ਹੋਣ, ਜਿਨ੍ਹਾਂ ਗਲੀਆਂ ਦੇ ਅੰਦਰ, ਕਣ ਕਣ ਦੇ ਅੰਦਰ ਕਲਗੀਆਂ ਵਾਲੇ ਪਾਤਸ਼ਾਹ ਦੀ ਉਹ ਮਹਿਕ ਖਿਲਰੀ ਹੋਵੇ। ਉਸ ਮਹਿਕ ਨੂੰ ਛੱਡਣ ਨੂੰ ਜਦੋਂ ਔਰੰਗਜ਼ੇਬ ਵਰਗਿਆਂ ਨੇ, ਵਜ਼ੀਰ ਖਾਂ ਵਰਗਿਆਂ ਨੇ ਚਾਰੇ ਪਾਸੋਂ ਘੇਰਾ ਪਾ ਲਿਆ, ਤੁਹਾਨੂੰ ਲੱਗਦਾ ਕਿ ਵੀ ਉਹ ਸਤਿਗੁਰ ਦੁਖੀ ਹੋਇਆ ਹੋਏਗਾ? ਤੁਹਾਨੂੰ ਲੱਗਦਾ ਕਿ ਵੀ ਉਹਦੀਆਂ ਅੱਖਾਂ ਦੇ ਵਿੱਚੋਂ ਵੈਰਾਗ ਆਏ ਹੋਣਗੇ? ਨਹੀਂ। ਉਹ ਇੱਕ ਗੱਲ ਕਹਿੰਦਾ, ਇਹੋ ਜਿਹੀਆਂ ਆਨੰਦਪੁਰੀਆਂ ਮੈਂ ਕਈ ਵਸਾ ਦਿਆਂਗਾ। ਮੈਨੂੰ ਇੱਕ ਆਨੰਦਪੁਰੀ ਜਾਣ ਦਾ ਦੁੱਖ ਨਹੀਂ ਹੈ। ਮੇਰੇ ਕੋਲ 4 ਪੁੱਤਰ ਸਨ, 2 ਚਮਕੌਰ ਸਾਹਿਬ ਦੀ ਧਰਤੀ ਤੇ ਵਾਰ ਦਿੱਤੇ ਆ, 2 ਸਰਹੰਦ ਦੀਆਂ ਨੀਹਾਂ ਵਿੱਚ ਵਾਰ ਦਿੱਤੇ ਆ। ਮੈਨੂੰ ਪੁੱਤਰਾਂ ਦੇ ਜਾਣ ਦਾ ਦੁੱਖ ਨਹੀਂ ਹੈ, ਝੋਰਾ ਨਹੀਂ ਹੈ। ਜੇ ਸਿੱਖਣਾ ਹੈ ਤਾਂ ਗੁਰੂ ਕੋਲੋਂ ਸਿੱਖੋ। ਦੁੱਖ ਵਿੱਚ ਸੂਖ ਮਨਾਈ ਵਾਲੀ ਗੱਲ ਹੈ। ਸੋ ਬੇਨਤੀ ਕਰਾਂ, ਮੰਗ ਸਾਡੀ ਉੱਥੇ ਖਲੋਤੀ ਹੈ ਤੇ ਸਤਿਗੁਰੂ ਜੀ ਕਹਿੰਦੇ, ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਪਾਏ। ਦੁੱਖ ਦੇ ਸੁੱਖ ਹੈ ਕੋ ਦੁੱਖ ਅਗਲਾ, ਸੁੱਖ ਦੇ ਵਿੱਚ ਦੁੱਖ ਖਲੋਤਾ ਹੈ। ਮਨਮੁਖ ਸਾਰੀ ਜ਼ਿੰਦਗੀ ਇਹ ਗੱਲ ਬੁੱਝ ਨਹੀਂ ਪਾਉਂਦਾ, ਨਾ ਹੀ ਇਹਦੀ ਸਮਝ ਵਿੱਚ ਲੱਗਦੀ ਹੈ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਆ, ਜਤਨ ਬਹੁਤ ਸੁੱਖ ਕੇ ਕੀਏ। ਜਤਨ ਬੜੇ ਕੀਤੇ ਆ, ਆਦਿ ਕਾਲ ਤੋਂ ਲੈ ਕੇ ਹੁਣ ਤੱਕ ਬੰਦਾ ਇਹੀ ਤੇ ਕਰਦਾ ਆਇਆ, ਤੇ ਅਗਾਂਹ ਵੀ ਵੇਖੋ ਤੁਸੀਂ, ਬੰਦਾ ਇਹੀ ਕਰ ਰਿਹਾ। ਰੋਣਾ ਇੱਕੋ ਹੀ ਲੱਗਾ ਹੋਇਆ ਕਿ ਮੈਨੂੰ ਆ ਵੀ ਸੁੱਖ ਮਿਲ ਜਾਏ, ਮੈਨੂੰ ਆ ਵੀ। ਕਿਤੇ ਨਾ ਕਿਤੇ ਸੁੱਖ ਦੇ ਅੰਦਰ ਵੀ ਬੰਦਾ ਬੈਠਾ ਰੋ ਰਿਹਾ, ਬੰਦਾ ਰੋ ਰਿਹਾ, ਕਲਪ ਰਿਹਾ। ਕਲਪਨਾ ਅੰਦਰ ਜਿਹੜੀ ਹੈ ਉਸੇ ਤਰ੍ਹਾਂ ਬਣੀ ਹੋਈ ਹੈ, ਆ ਨਹੀਂ ਮਿਲਿਆ, ਉਹ ਨਹੀਂ ਮਿਲਿਆ। ਇੱਥੋਂ ਤੱਕ ਗੁਰਬਾਣੀ ਤਾਂ ਇਹ ਵੀ ਕਹਿ ਦਿੰਦੀ ਹੈ ਕਿ ਵੀ ਬੰਦਾ ਮਰਦਾ ਹੋਇਆ ਵੀ ਨਾ ਆਪਣੀਆਂ ਇੱਛਾਵਾਂ ਛੱਡ ਨਹੀਂ ਪਾਉਂਦਾ। ਮਰ ਰਿਹਾ
ਮਰਨ ਕੰਢੇ ਕਬਰਾਂ ਦੇ ਵਿੱਚ ਲੱਤਾਂ ਆ ਚੁੱਕੀਆਂ ਨੇ, ਪਰ ਫਿਰ ਵੀ ਇਹੀ ਗੱਲ ਕਹਿ ਰਿਹਾ ਕਿ ਮੈਨੂੰ ਆ ਵੀ ਮਿਲ ਜਾਏ, ਮੈਨੂੰ ਉਹ ਵੀ ਮਿਲ ਜਾਏ, ਹਜੇ ਵੀ ਮੰਗ ਰਿਹਾ। ਇੱਛਾਵਾਂ ਤਾਂ ਵਿਦਵਾਨ ਸੱਜਣ ਕਹਿੰਦੇ ਆ ਬੰਦਾ ਮਰਨ ਤੋਂ ਬਾਅਦ ਹੀ ਛੱਡਦਾ, ਉਸ ਤੋਂ ਪਹਿਲਾਂ ਨਹੀਂ ਛੱਡਦਾ। ਬਚਪਨ ਤੋਂ ਲੈ ਕੇ ਮਰਨ ਤੱਕ ਬੰਦੇ ਦੇ ਅੰਦਰ ਇੱਛਾਵਾਂ ਜਨਮ ਲੈਂਦੀਆਂ ਰਹਿੰਦੀਆਂ ਨੇ, ਤੇ ਇੱਕ ਇੱਛਾ ਦਾ ਜਨਮ ਨਹੀਂ ਹੁੰਦਾ, ਇੱਕ ਇੱਛਾ ਦੇ ਵਿੱਚੋਂ ਹਜ਼ਾਰਾਂ ਇੱਛਾਵਾਂ ਜਨਮ ਲੈ ਲੈਂਦੀਆਂ ਨੇ। ਇਵੇਂ ਕਹਿ ਲਓ ਇੱਕ ਸੁੱਖ ਦੇ ਵਿੱਚੋਂ ਹਜ਼ਾਰਾਂ ਸੁੱਖਾਂ ਨੇ ਜਨਮ ਲੈ ਲਿਆ। ਜਦੋਂ ਤੱਕ ਮੈਂ ਉਹਨਾਂ ਨੂੰ ਪਾ ਨਾ ਲਵਾਂ ਉਦੋਂ ਤੱਕ ਮੇਰੇ ਅੰਦਰ ਚੈਨ ਨਹੀਂ ਹੈ। ਇਹੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਕਹਿ ਰਿਹਾ, ਯਤਨ ਬਹੁਤ ਸੁੱਖ ਕੇ ਕੀਏ। ਜੋ ਕੁਝ ਹੁਣ ਤੱਕ ਕੀਤਾ ਹੈ ਨਾ ਉਹ ਦੁਨਿਆਵੀ ਤੌਰ ਤੇ ਕੀਤਾ ਹੈ। ਤੇ ਸਤਿਗੁਰੂ ਜੀ ਕਹਿੰਦੇ ਆ, ਅੱਗੇ ਕਹਿੰਦੇ ਆ, ਦੁੱਖ ਕੋ ਕੀਓ ਨਾ ਕੋਏ। ਹੁਣ ਇਹਨੂੰ ਇਹ ਪਤਾ ਲੱਗ ਜੇ ਕਿ ਮਹਿਸੂਸ ਕਰਨਾ ਆਪਾਂ, ਜੇ ਆਪਾਂ ਇਸ ਗੱਲ ਨੂੰ ਮਹਿਸੂਸ ਕਰ ਲਈਏ ਕਿ ਵੀ ਕੱਲ੍ਹ ਨੂੰ ਜੇ ਦੁੱਖ ਆਇਆ ਤੇ ਮੈਂ ਕੀ ਕਰਾਂਗਾ। ਦੁੱਖ ਦੇ ਲਈ ਮੈਂ ਤੇ ਕੁਝ ਵੀ ਨਹੀਂ ਕੀਤਾ, ਕਿਉਂਕਿ ਹੁਣ ਤੱਕ ਜੋ ਕੀਤਾ ਹੈ ਉਹ ਸੰਸਾਰ ਦੇ ਲਈ ਕੀਤਾ ਹੈ, ਪਰਿਵਾਰ ਦੇ ਲਈ ਕੀਤਾ ਹੈ। ਜੋ ਕੁਝ ਪ੍ਰਪੰਚ ਰਚਿਆ ਹੈ ਉਹ ਦੁਨਿਆਵੀ ਤੌਰ ਤੇ ਰਚਿਆ ਹੈ। ਆਪਣੇ ਅੰਦਰ ਦੇ ਲਈ ਦੁੱਖ ਦੇ ਨਾਲ ਲੜਨ ਦੇ ਲਈ ਤੇ ਮੈਂ ਕੁਝ ਕੀਤਾ ਹੀ ਨਹੀਂ ਹੈ। ਜੇਕਰ ਥੋੜ੍ਹਾ ਜਿਹਾ ਇਸ ਗੱਲ ਨੂੰ ਮਹਿਸੂਸ ਕਰ ਲੈ ਤੇ ਸਤਿਗੁਰੂ ਜੀ ਕਹਿੰਦੇ ਆ, ਬੰਦਾ ਆਉਣ ਵਾਲੇ ਦੁੱਖਾਂ ਦੇ ਨਾਲ ਲੜੇਗਾ, ਆਉਣ ਵਾਲੇ ਹਾਲਾਤਾਂ ਦੇ ਨਾਲ, ਮੁਸ਼ਕਲਾਂ ਦੇ ਨਾਲ ਲੜੇਗਾ। ਛੋਟੀ ਜਿਹੀ ਇੱਕ ਉਦਾਹਰਣ ਇਤਿਹਾਸ ਵਿੱਚੋਂ, ਬਤਾਲਾ ਪਿੰਡ ਹੈ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਕਿਤੇ ਤੁਹਾਨੂੰ ਜਾਣ ਦਾ ਮੌਕਾ ਮਿਲੇ ਤੇ ਉਹ ਸਾਰੇ ਪਿੰਡ ਉੱਧਰ ਦੇ ਜਿੰਨੇ ਵੀ ਆ, ਉੱਧਰ ਆਪਾਂ ਪ੍ਰਚਾਰ ਕਰਦੇ ਰਹੇ ਹਾਂ, ਤੇ ਉਹ ਸਾਰੇ ਪਿੰਡਾਂ ਦੇ ਅੰਦਰ ਨਾ ਸਖੀ ਸਰਵਰੀਆਂ ਦਾ ਅੱਜ ਵੀ ਜਿਹੜਾ ਉਹ ਚੱਲਦਾ। ਬਹੁਤੀਆਂ ਕਬਰਾਂ ਜਿੰਨੀਆਂ ਬਣੀਆਂ ਸਖੀ ਸਰਵਰੀਆਂ ਦੇ, ਅੱਜ ਵੀ ਬਹੁਤੇ ਸਿੱਖ ਜਿਹੜੇ ਆ ਉਹ ਕੋਈ ਖੀਰ ਲੈ ਕੇ ਪਹੁੰਚਿਆ, ਕੋਈ ਦੁੱਧ ਲੈ ਕੇ ਪਹੁੰਚਿਆ। ਬਤਾਲਾ ਪਿੰਡ ਹੈ, ਇੱਕ ਹੈ ਬਾਬਾ ਬਕਾਲਾ ਸਾਹਿਬ, ਉਹ ਅਲੱਗ ਹੈ। ਉਹ ਜਦੋਂ ਤੁਸੀਂ ਮਹਿਤੇ ਜਲੰਧਰ ਵੱਲੋਂ ਜਾਂਦੇ ਹੋ ਨਾ, ਮਹਿਤੇ ਵੱਲ, ਉੱਧਰ ਉਹ ਬਾਬਾ ਬਕਾਲਾ ਸਾਹਿਬ ਜਿੱਧਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਥਾਂ, ਇਹ ਬਤਾਲਾ ਹੈ, ਇਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ। ਉੱਥੇ ਰਹਿਣ ਵਾਲੀ ਇੱਕ ਬੀਬੀ ਹੈ, ਬੀਬੀ ਸੰਤੀ। ਹੁਣ ਉਹ ਗੁਰੂ ਘਰ ਦੀ ਬੜੀ ਸੇਵਕ ਹੈ, ਗੁਰੂ ਘਰ ਨੂੰ ਮੰਨਣ ਵਾਲੀ ਹੈ, ਗੁਰਬਾਣੀ ਪੜ੍ਹਨ ਵਾਲੀ ਹੈ, ਰੋਜ਼ ਬਾਣੀ ਪੜ੍ਹਦੀ ਹੈ, ਰੋਜ਼ ਬਾਣੀ ਸੁਣਦੀ ਹੈ। ਪਰ ਜਿਸ ਪਰਿਵਾਰ ਦੇ ਅੰਦਰ ਉਹਦਾ ਵਿਆਹ ਹੋਇਆ ਨਾ, ਉਹ ਪਰਿਵਾਰ ਸਖੀ ਸਰਵਰੀਆਂ ਦਾ ਅਨੁਯਾਈ ਹੈ, ਭਾਵ ਉਹ ਮੰਨਦੇ ਆ ਸਖੀ ਸਰਵਰੀਏ ਨੂੰ। ਹੁਣ ਬੜੇ ਦੁੱਖ ਉਹਨੂੰ ਝੱਲਣੇ ਪਏ, ਬੜਾ ਦੁੱਖ ਉਹਨੂੰ ਸਹਿਣ ਕਰਨਾ ਪਿਆ। ਕਦੀ ਪਿੰਡ ਵਾਲਿਆਂ ਦਾ ਦੁੱਖ, ਕਦੀ ਘਰ ਵਾਲਿਆਂ ਦਾ ਦੁੱਖ, ਕਦੀ ਸੱਸ ਸਹੁਰੇ ਦਾ ਦੁੱਖ, ਬੜਾ ਕੁਝ ਉਹਨੂੰ ਸਹਿਣ ਕਰਨਾ ਪਿਆ। ਪਰ ਉਹਨਾਂ ਦੁੱਖਾਂ ਦੇ ਵਿੱਚੋਂ ਵੀ ਉਹਨੇ ਆਪਣੇ ਆਪ ਨੂੰ ਅਡੋਲ ਰੱਖਿਆ। ਅਚਾਨਚੱਕ ਇੱਕ ਦਿਨ ਇੱਕ ਘਟਨਾ ਵਾਪਰਦੀ ਹੈ। ਪਤੀ ਚੜ੍ਹਾਈ ਕਰ ਗਿਆ, ਜਿਹੜਾ ਹਰ ਵੇਲੇ ਨਾ, ਕਿਉਂਕਿ ਉਹ ਗੱਲ ਸਮਝਦਾ ਸੀ ਉਹਦੀ, ਉਹ ਚੜ੍ਹਾਈ ਕਰ ਗਿਆ। ਤੇ ਚੜ੍ਹਾਈ ਕਰਨ ਤੋਂ ਬਾਅਦ ਉਹਦੇ ਤੇ ਜਿਹੜੇ ਪਹਿਲੇ ਦੁੱਖ ਸਨ ਉਹ ਹਜੇ ਨਹੀਂ ਸਨ ਸਾਂਭੇ ਗਏ, ਤੇ ਹੋਰ ਦੁੱਖ ਚੜ੍ਹ ਕੇ ਆ ਗਏ, ਹੋਰ ਤਕਲੀਫ ਵੱਧ ਗਈ, ਹੋਰ ਮੁਸ਼ਕਲਾਂ ਵੱਧ ਗਈਆਂ। ਪਰ ਉਹ ਫਿਰ ਉਸੇ ਤਰ੍ਹਾਂ ਅਡੋਲ ਹੈ। ਉਹਦੇ ਘਰ ਇੱਕ ਪੁੱਤਰ ਹੈ ਜਿਹਦਾ ਨਾਮ ਹੈ ਭਾਈ ਪੱਲਾ। ਤੁਸੀਂ ਸ਼ਾਇਦ ਸੁਣਿਆ ਹੋਵੇਗਾ ਇਤਿਹਾਸ ਦੇ ਅੰਦਰ, ਉਹਦਾ ਨਾਮ ਹੈ ਭਾਈ ਪੱਲਾ। ਇੱਕ ਦਿਨ ਹੁਣ ਬੱਚੇ ਨੂੰ ਪਾਲਿਆ, ਬੱਚੇ ਨੂੰ ਵੱਡਾ ਕੀਤਾ, ਘਰ ਦੇ ਵਿੱਚ ਗਰੀਬੀ ਵੀ ਹੈ। ਗਰੀਬੀ ਦਾ ਮਾਹੌਲ ਤੁਸੀਂ ਜਾਣਦੇ ਹੋ ਕਿਹੋ ਜਿਹਾ ਮਾਹੌਲ ਹੁੰਦਾ ਹੈ, ਬੜੀ ਔਖੀ ਘਾਟੀ ਹੋ ਜਾਂਦੀ ਹੈ। ਇੱਕ ਤਾਂ ਸੰਸਾਰ ਦੇ ਦੁੱਖਾਂ ਨੂੰ ਸਹਿਣਾ, ਦੂਜੀ ਗਰੀਬੀ ਦੇ ਦੁੱਖ ਨੂੰ ਸਹਿਣਾ, ਤੇ ਉਸ ਤੋਂ ਬਾਅਦ ਪਤੀ ਦੀ ਚੜ੍ਹਾਈ ਕਰ ਜਾਣਾ, ਤੇ ਉਸ ਤੋਂ ਬਾਅਦ ਪੁੱਤਰ ਨੂੰ ਪਾਲਣਾ। ਔਖੇ ਸੌਖੇ ਘਰਾਂ ਵਿੱਚ ਕੰਮ ਕਰਕੇ ਪੁੱਤਰ ਥੋੜ੍ਹਾ ਜਿਹਾ ਵੱਡਾ ਹੋਇਆ। ਬੜੀਆਂ ਦਾਨੀਆਂ ਹੁੰਦੀਆਂ ਨੇ ਉਹ ਮਾਵਾਂ, ਬੜੀਆਂ ਉਹ ਮਾਵਾਂ ਚੰਗੀਆਂ ਹੁੰਦੀਆਂ ਨੇ, ਜਿਹੜੀਆਂ ਬਚਪਨ ਵਿੱਚ ਹੀ ਆਪਣੇ ਪੁੱਤਰਾਂ ਨੂੰ, ਧੀਆਂ ਨੂੰ ਅਸੀਸਾਂ ਬਾਣੀ ਦੀਆਂ ਦੇ ਕੇ ਤੋਰਦੀਆਂ ਨੇ। ਆਪਣੇ ਪੁੱਤਾਂ ਦੇ, ਧੀਆਂ ਦੇ ਕੰਨਾਂ ਵਿੱਚ ਬਾਣੀ ਪਾ ਦਿੰਦੀਆਂ ਨੇ। ਹੁਣ ਬੱਚਾ ਸੀ, ਥੋੜ੍ਹਾ ਜਿਹਾ ਵੱਡਾ ਹੋਇਆ। ਇੱਕ ਦਿਨ ਪਿੰਡ ਦੇ ਅੰਦਰ ਪਿੰਡ ਵਾਲਿਆਂ ਨੇ ਇੱਕ ਜੱਥਾ ਤਿਆਰ ਕੀਤਾ ਹੈ, ਆਪਾਂ ਸਖੀ ਸਰਵਰੀਆਂ ਦੇ ਮੱਥਾ ਟੇਕਣ ਜਾਣਾ ਹੈ। ਹੁਣ ਬੱਚਾ ਸੀ, ਖਹਿੜੇ ਪੈ ਗਿਆ, ਮਾਂ ਨੂੰ ਆ ਕੇ ਕਹਿੰਦਾ, ਮਾਂ ਵੇਖ ਸਾਰਾ ਪਿੰਡ ਜਾ ਰਿਹਾ ਸਖੀ ਸਰਵਰੀਆਂ ਦੇ ਕੋਲ,
मैं भी जाना है, मेरा भी चित्त करदा, मेरा भी मन करदा मैं भी उत्थे मत्था टेक के आवां। माँ बड़ी सियाणी सी, माँ कहन लगी पुੱਤ वे असी सखी सरवरियां दे चेले नहीं आ, असी मीरी पीरी दे मालक सतगुरु गुरु हरगोबिंद पातशाह दे सिख हाँ। आपां गुरबाणी पढ़दे आ, गुरबाणी सुनदे आ, ये सारा कुछ आपां करदे आ, असी सखी सरवरियां दे नहीं जाना। हुण बच्चा फिर खैड़े पै गया, माँ फिर मैं की करा, चल फिर आपां इवें करदे आ, जे उत्थे नहीं जा सकदे ते आपां गुरु हरगोबिंद पातशाह नूं मिल आउंदे आ। हुण घर दे विच पैसे नहीं, सफ़र करन दे लई ते पैसा चाहिदा है ना, क्योंकि सफ़र दे विच जिहड़ियां लोड़ींदा चीज़ां ने वो भी चाहीदियां ने, खाण लई चाहीदा है, पीण लई चाहीदा है, उहदे लई पैसे चाहीदे ने। हुण माँ फिर चुप है कि मैं कित्थों लैके देआं, कित्थों तैनूं लैके जावां। हुण माँ बड़ी सियाणी सी, उहने एक गल आखी, पुत्तर तूं एक काम कर, असीं जा नहीं सकदे पर गुरु साडे कोल आ सकदा है, साडे दुख नूं, साडी मुसीबत नूं, साडी मुश्किल नूं वो सुख विच बदल सकदा है। माँ वो किवें? कहन लगी पुੱਤ तू एक काम कर, आ एक गुड़ दी रियोड़ी, रोड़ी कह लो, गुड़ जिहड़ा आपां खाने आ, एक आ गुड़ दी रोड़ी तां एक ये आना अपने अपने जिहड़ा है ना परना उहदे नाल बन लै। हुण वो भाई पल्ले ने जिहड़ा परना अपने गल विच पाया सी साफा, उहदे नाल वो बन लिया। ते एक गल माँ ने आखी, तू घर बह के उड़ीक कर, इंतजार कर, गुरु तेरा इत्थे तेनू मिलण दे लई आ जाएगा। हुण माँ ने इस तरह दियां जदों गल्लां सुणाईयां, हुण पुੱਤ ने, मैं कहना कि भी किन्नी अडोल वो माँ, ते उस तो वध अडोल उहदा पुੱਤਰ निकलिया। लम्मा समा बह के गुरु नूं उड़ीकदा रहा, गुरु दा इंतजार करदा रहा। मीरी पीरी दे मालक सतगुरु गुरु हरगोबिंद पातशाह आउंदे आ, बिद बनदी है, बिद बनी, सतगुरु जी उधर आए। भाई पल्ला जिदा नाम ही पल्ला नहीं सी, मैं कहना इन्ने सुख गुरु ने उन्होंने दे दिते, उन्हां दुखां विचों कढ लिया। जिहड़ी कदी माँ दुखां विच रहिंदी सी, उन्हें दुखां दे नाल, मुसीबतां दे नाल अपने पुੱਤਰ नूं पालिया। वो सारे दुख भाई पल्ले ने गुरु नूं अपना पल्ला फड़ा के सारे ही दूर कर ले। गुरु ने आके गुड़ दी रियोड़ी भी खाधी, गुरु ने वो जिहड़ा आना ढेला बन्निया सी ना पैसा, वो भी प्रवान किया। सो मैं बेनती करा, जे जतन करना ते आ जतन करो कि भी सुखां दा दाता मेरे कोल आ जाए, क्योंकि ये आएगा सारे दुख मिट जाणगे। सतगुरु जी यही कह रहे आ, जतन बहुत सुख के किए, किते अंदर दे सुख दे लई जतन करदा, गुरु सारा कुछ ही तेनों दे दिंदा। उन्हें अंदर दे सुख दे लई जतन किया, भावें बाहरों गरीब है, पर पिंड वाले भी उस दिन हैरान हो गए कि ये भावें बाहरों गरीब है पर अंदरों भाई संती ते भाई पल्ले वर्गा अमीर कोई नहीं, क्योंकि जेड़ा सुख इन्हां दे अंदर है वो सुख इन्हां दे बाहर भी है। इहो जिहा आनंद है। सो सतगुरु गुरु तेग बहादुर महाराज यही कह रहे आ, जतन बहुत सुख के किए, दुख को कियो ना कोए, दुख दे लई नहीं। सो फिर थोड़ा जिहा इनू सानू समझना पएगा। इतिहास दे अंदर कई बार बाहरों तसद्दद दिता जाता है, बाहर दुख आउंदा है, पर उस दुख नू अंदरों सहना बड़ा औखा हो जाता है। पर यही कहानी है, सतगुरु गुरु अर्जन देव महाराज भावें तत्ती तवी ते बैठे आ, बाहरों भावें तन करके उन्होंने दुख दिता जा रहा है, पर अंदर आनंद बड़ा कमाल दा है। जिन्हों गुरु नानक महाराज कह रहे, नानक भगतां सदा विगास, अंदर बड़ा खेड़ा है। उस भाव दे विच जदों तुसीं इहनूं समझोगे सौखा समझ लग जाएगा। अगली पंक्ति में सतगुरु जी कहते, कहो नानक सुन रे मना। सतगुरु गुरु तेग बहादुर महाराज, गुरु नानक महाराज जी जी जोत नौवीं ये कह रही है, सुन रे मना आखे मेरा मना सुन, हर भावै सो होए, जो हरि परमात्मा नूं पाउंदा है। जिवें गुरु नानक महाराज कहंदा, जो तुद भावै साई भली कार। सतगुरु जो तेनूं पाउंदा है ओही असल विच संसार ते आउंदा। जो तुद भावै नानका साई भली, साई चंगी गल।
ਉਹੀ ਚੰਗੀ ਗੱਲ ਹੈ ਜੋ ਪਰਮਾਤਮਾ ਤੈਨੂੰ ਭਾਉਂਦੀ ਹੈ। ਜੋ ਤੈਨੂੰ ਭਾਉਂਦਾ ਨਹੀਂ ਉਹ ਕੁਝ ਵੀ ਚੰਗਾ ਨਹੀਂ। ਇਸ ਕਰਕੇ ਆਪਾਂ ਉਹ ਕਰੀਏ ਜੋ ਗੁਰੂ ਨੂੰ ਭਾਉਂਦਾ, ਆਪਾਂ ਉਹ ਕਰੀਏ ਜੋ ਨਿਰੰਕਾਰ ਨੂੰ ਭਾਉਂਦਾ। ਇਹ ਨਾ ਕਰੀਏ ਕਿ ਜੋ ਮੈਨੂੰ ਭਾਉਂਦਾ, ਜੋ ਮੈਨੂੰ ਚੰਗਾ ਲੱਗਦਾ ਮੈਂ ਉਹ ਕਰਾਂ, ਨਹੀਂ। ਆਪਾਂ ਚੇਤੇ ਰੱਖਣਾ ਗੁਰੂ ਨੂੰ ਜੋ ਚੰਗਾ ਲੱਗਦਾ ਉਹ ਕਰਨਾ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਇਹ ਪਾਵਨ ਬਚਨ 39 ਨੰਬਰ ਸਲੋਕ ਦੀ ਆਪਾਂ ਵਿਚਾਰ ਕਰ ਲਈ। ਕੱਲ੍ਹ ਨੂੰ 40 ਨੰਬਰ ਜਿਹੜਾ ਸਲੋਕ ਹੈ, ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ, ਇਸ ਸ਼ਬਦ ਦੇ ਵਿਚਾਰ ਆਪ ਜੀ ਦੇ ਨਾਲ ਸਾਂਝੇ ਕਰਾਂਗੇ ਜੀ। ਇੰਨੀ ਕੁ ਬੇਨਤੀ ਪ੍ਰਵਾਨ ਕਰਿਓ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।